ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ ਇਸ ਇੱਕ ਓਂਕਾਰ ਇੱਕ ਪਰਮਾਤਮਾ ਦੇ ਸੀਰੀਜ਼ ਦੇ ਵਿੱਚ ਆਪ ਜੀ ਦੇ ਨਾਲ ਜਪਜੀ ਸਾਹਿਬ ਤੋਂ ਆਪਾਂ ਸ਼ੁਰੂ ਕਰ ਰਹੇ ਸਾਂਝ ਕਰਨੀ, ਵਿਚਾਰ ਕਰਨੀ ਅਤੇ ਸਿਮਰਨ ਕਰਨੀ ਅਤੇ ਉਸ ਦੇ ਉੱਤੇ ਅਮਲ ਕਰਨੀ। ਅਸੀਂ ਸਿਰਫ ਉੱਤੋਂ ਤੋਂ ਵਿਚਾਰ ਨਹੀਂ ਕਰ ਰਹੇ ਹਾਂ, ਬਲਕਿ ਉਸ ਦੀ ਇੱਕ ਇੱਕ ਸ਼ਬਦ ਨੂੰ ਲੈ ਕੇ ਉਸ ਗਹਿਰਾਈ ਵਿੱਚ ਜਾ ਰਹੇ ਹਾਂ ਅਤੇ ਇਸ ਨੂੰ ਸਮਝ ਰਹੇ ਹਾਂ ਕਿ ਗੁਰੂਆਂ ਨੇ ਜਾਂ ਰੱਬੀ ਆਦਮੀਆਂ ਨੇ ਅਤੇ ਰੱਬੀ ਲੋਕ ਨੇ ਅਤੇ ਪਰਮਾਤਮਾ ਸਾਡੇ ਵਾਸਤੇ ਕੀ ਕਹਿ ਰਹੇ ਨੇ, ਤਾਂ ਕਿ ਅਸੀਂ ਆਪਣਾ ਆਤਮਿਕ ਰੂਹਾਨੀ ਸਫ਼ਰ ਜਿਹੜਾ ਹੈ ਸਫਲ ਕਰੀਏ, ਸਫਲਤਾ ਵਿੱਚ ਲਈਏ। ਇਸ ਵੇਲੇ ਅਸੀਂ ਦੁਨਿਆਵੀ ਤੌਰ 'ਤੇ ਸਫਲਤਾ ਸਮਝਦੇ ਹਾਂ, ਪਰ ਆਤਮਿਕ ਤੌਰ 'ਤੇ ਸਫਲਤਾ ਹੌਲੀ ਹੌਲੀ ਕਰਕੇ ਅਸੀਂ ਸਾਰੇ ਜਾਗ ਰਹੇ ਹਾਂ, ਪੂਰੀ ਦੁਨੀਆ ਜਾਗ ਰਹੀ ਹੈ। ਇਸ ਵਾਸਤੇ ਅੱਜ ਕੱਲ੍ਹ ਤੁਸੀਂ ਵੇਖਦੇ ਹੋ ਇੰਨੇ ਪੀਸ ਚੈਨਲਸ ਔਰ ਪੀਸ ਦੇ ਉੱਤੇ ਮੀਟਿੰਗਸ ਹੁੰਦੇ ਨੇ, ਯੂਨਾਈਟਿਡ ਨੇਸ਼ਨਸ ਦਾ, ਯੂਨੀਸੈਫ ਦਾ, ਔਰ ਵੀ HWPL ਵਗੈਰਾ ਬਹੁਤ URI ਐਸੇ ਕਰਕੇ ਬਹੁਤ ਧਾਰਮਿਕ ਮੀਟਿੰਗਸ ਦੁਨੀਆ ਵਿੱਚ ਹੋ ਰਹੀ ਹੈ ਪੀਸ ਦੇ ਉੱਤੇ, ਕਿਉਂਕਿ ਸਾਰੇ ਸਮਝ ਗਏ ਨੇ ਇਸ ਪੀਸ ਮੀਟਿੰਗਸ ਤਾਂ ਕਰ ਰਹੇ ਨੇ ਕਿ ਧਰਮ ਦੇ ਤੌਲ ਦੇ ਉੱਤੇ ਇਹ ਧਰਤੀ ਚੱਲ ਰਹੀ ਹੈ। ਜਿਹੜੀ ਅਸੀਂ ਗੱਲ ਕੀਤੀ ਹੈ ਗੁਰਜਪਜੀ ਸਾਹਿਬ ਵਿੱਚ, ਮਤਲਬ ਧਰਮ ਜਿਹੜੀ ਰੱਬੀ ਗਿਆਨ ਜਿਹੜੀ ਹੈ ਉਹ ਫਾਊਂਡੇਸ਼ਨ ਹੈ, ਉਹ ਮੂਲ ਹੈਗਾ ਸਾਡੀ ਜ਼ਿੰਦਗੀ ਨੂੰ ਚਲਾਉਣ ਵਾਸਤੇ। ਅਸੀਂ ਇਸ ਨੂੰ ਪਹਿਚਾਣੀਏ, ਜਾਗੀਏ, ਰਲ ਕੇ ਅਸੀਂ ਮਿਲ ਰਹੇ ਹਾਂ ਇਸ ਨੂੰ ਸਮਝਣ ਵਾਸਤੇ। ਅਤੇ ਅਸੀਂ 20 ਪੌੜੀ ਕਰ ਚੁੱਕੇ ਹਾਂ ਸਟੈਂਜ਼ਾਸ ਜਪਜੀ ਸਾਹਿਬ ਦੇ। ਇੱਕ ਓਂਕਾਰ ਤੋਂ ਸ਼ੁਰੂ ਕੀਤਾ ਹੈ, ਹੌਲੀ ਹੌਲੀ ਇੱਕ ਇੱਕ ਸ਼ਬਦ ਮੂਲ ਮੰਤਰ ਦਾ ਜੋ ਮੇਨ ਹੈ, ਕਰੀਮ ਹੈ ਇਸ ਗੁਰਬਾਣੀ ਦਾ, ਉਸ ਨੂੰ ਸਾਰੇ ਜ਼ਰੂਰ ਸੁਣਿਆ ਜੇ। ਉਸ ਨੂੰ ਸੁਣਨ ਤੋਂ ਬਿਨਾਂ ਤੁਹਾਨੂੰ ਇੱਕ ਇੱਕ ਪੌੜੀ ਦੀ ਗਹਿਰਾਈ ਵਿੱਚ ਸਮਝ ਨਹੀਂ ਆਏਗੀ। ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਅਤੇ ਜਪ ਬਾਣੀ ਦਾ ਟਾਈਟਲ ਅਤੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਹੋਸੀ ਨਾਨਕ ਹੋਸੀ ਵੀ ਸੱਚ, ਇੱਥੇ ਤੱਕ ਸਲੋਕ ਆਉਂਦੀ ਹੈ। ਸੁਣਨਾ ਬਹੁਤ ਜ਼ਰੂਰੀ ਹੈ। ਬਲਕਿ ਮੈਂ ਕਹਿੰਦੀ ਹਾਂ ਫਿਰ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਅਤੇ ਉਸ ਦੇ 2 ਸਵਾਲ ਜਿਹੜੇ ਸਾਡੀ ਜ਼ਿੰਦਗੀ ਦਾ ਸਵਾਲ ਹੈ, ਸਾਨੂੰ ਜਾਗਰਤ ਕਰਨ ਵਾਸਤੇ, ਵੈਰਾਗ ਵਿੱਚ ਲਿਆਉਣ ਵਾਸਤੇ, ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੇ ਬਾਲ। ਇਹ ਫਸਟ ਪੌੜੀ ਨੂੰ ਵੀ ਸਮਝਣਾ ਬਹੁਤ ਹੀ ਜ਼ਰੂਰੀ ਹੈ। ਔਰ ਇਸ ਦੀ ਆਨਸਰ ਚੌਥੀ ਪੌੜੀ ਵਿੱਚ ਆਉਂਦੀ ਹੈ, ਜਿਹੜਾ ਕਿ ਸਾਨੂੰ ਇਹ ਸੁਣਨਾ ਪਏਗਾ ਕਿ ਅਸੀਂ ਸੱਚਿਆਰਾ ਕਿਵੇਂ ਬਣਨਾ ਹੈ। ਉਹ ਚੌਥੀ ਪੌੜੀ ਵਿੱਚ ਐਂਡ ਵਿੱਚ ਗੁਰੂ ਜੀ ਸਪਸ਼ਟ ਕਰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ। ਉਹ ਇੱਥੇ ਆਨਸਰ ਦੇਣ ਤੋਂ ਪਹਿਲਾਂ 2 ਸਵਾਲ ਫਿਰ ਆਉਂਦੇ ਨੇ, ਫਿਰ ਕੀ ਅੱਗੇ ਰੱਖਿਆ ਜਿਤ ਤਿਸੇ ਦਰਬਾਰ, ਮੋਹ ਕੀ ਬੋਲਣ ਬੋਲੇ ਜਿਤ ਸੁਨ ਤਰੇ ਪਿਆਰ। ਕਿਸੇ ਦਰਬਾਰ ਦੀ ਗੱਲ ਕੀਤੀ ਗਈ ਅਤੇ ਉਸ ਦੀ ਦਰਬਾਰ ਵਿੱਚ ਆਉਣ ਦੀ ਗੱਲ ਅਤੇ ਦਿਖਣ ਦੀ ਗੱਲ ਹੈ। ਜੋ ਅਸੀਂ ਸਪਸ਼ਟ ਕਰਕੇ ਸਮਝਿਆ ਤਾਂ ਅਸੀਂ ਆਪਣੇ ਤੀਸਰਾ ਨੇਤਰ ਨੂੰ ਖੋਲ੍ਹਿਆ, ਆਪਣੇ ਮਨ ਦੇ ਵਿਜ਼ਨ ਨੂੰ ਸਮਝਿਆ ਕਿ ਕਿੰਨਾ ਜ਼ਰੂਰੀ ਹੈ ਉਸ ਪਰਮਾਤਮਾ ਨੂੰ ਵੇਖਣ ਦਾ ਆਪਣੇ ਮਨ ਦੇ ਵਿੱਚ। ਅਤੇ ਇਸ ਵੇਲੇ ਆਪਾਂ ਫਿਰ ਸ਼ੁਰੂ ਕਰਾਂਗੇ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੇ ਮਨ ਨੂੰ ਕਿ ਮੈਂ ਜੋਤੀ ਬਿੰਦੂ ਆਤਮਾ ਅਤੇ ਤੂੰ ਪਰਮਾਤਮਾ, ਤੂੰ ਵੀ ਜੋਤੀ ਬਿੰਦੂ, ਅਤੇ ਮਨ ਦੇ ਸਕਰੀਨ ਦੇ ਉੱਤੇ ਆਪਾਂ ਉਸ ਨੂੰ ਜ਼ਰੂਰ ਵੇਖਾਂਗੇ। ਅਤੇ ਇਸ ਧਿਆਨ ਦੇ ਵਿੱਚ ਅਸੀਂ ਅੱਗਾ ਟੁਰਾਂਗੇ। ਅਤੇ ਜਪਜੀ ਸਾਹਿਬ ਦੇ ਵਿਆਖਿਆ ਕਰਦੇ ਅਸੀਂ ਸੁਣੈ, ਮਣੈ ਅਤੇ ਪੰਚ, ਅਤੇ ਉਸ ਤੋਂ ਬਾਅਦ ਅਸੰਖ ਦੀਆਂ ਪੰਕਤੀਆਂ ਆਉਂਦੇ ਨੇ ਕਿ ਕੀ ਹੋ ਰਿਹਾ ਦੁਨੀਆ ਵਿੱਚ। ਅਤੇ ਫਿਰ ਮੂਤ ਪਲੇਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ। ਇਸ ਨੂੰ ਅਸੀਂ ਸਮਝਿਆ ਅਤੇ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਅਸੀਂ ਇਸ ਦੇ ਉੱਤੇ ਬਹੁਤ ਗਹਿਰਾਈ ਵਿੱਚ ਕਰਮ ਨੂੰ ਸਮਝਿਆ ਅਤੇ ਆਪਣਾ ਸਾਈਕਲ ਆਫ ਟਾਈਮ ਨੂੰ ਸਮਝਿਆ। ਅਸੀਂ ਆਏ ਕਿੱਥੇ, ਕਿੱਥੋਂ ਆਉਂਦੇ ਆ, ਕਿੱਥੇ ਜਾਣਾ, ਗੁਰੂ ਜੀ ਕੀ ਗੱਲ ਕਰਦੇ ਪਏ ਨੇ, ਆਵੋ ਜਾਵੋ ਦੀ ਗੱਲ ਕਰਦੇ ਪਏ ਨੇ, ਉਹ ਕਿਉਂ ਕਰ ਰਹੇ ਨੇ, ਉਸ ਨੂੰ ਅਸੀਂ ਬਹੁਤ ਹੀ ਗਹਿਰਾਈ ਵਿੱਚ ਸਮਝਿਆ। ਅਤੇ ਅੱਗਾ ਚੱਲੀਏ ਹੁਣ 21 ਪੌੜੀ, ਅਤੇ ਰਲ ਮਿਲ ਕੇ ਸਿਮਰਨ ਦੇ ਵਿੱਚ ਰਹਿ ਕੇ ਆਪਾਂ ਇਹ ਪੌੜੀ ਨੂੰ ਇੱਕ ਵਾਰੀ ਪੜ੍ਹਨੇ ਆ, ਫਿਰ 2-2 3-3 ਲਾਈਨਸ ਕਰਕੇ ਆਪਾਂ ਇਸ ਨੂੰ ਸਮਝਾਂਗੇ। ਤੀਰਥ ਤਪ
दया दत्त दान जे को पावै तिल का मान सुनिया मणिया मन कीता पाओ अंतरगत तीरथ मल नाओ। ਇੱਥੇ ਤੱਕ ਆਪਾਂ ਪਹਿਲਾਂ ਸਮਝੀਏ, ਫਿਰ ਇਹ ਪੌੜੀ ਵੀ ਹੌਲੀ ਹੌਲੀ ਕੰਪਲੀਟ ਕਰਾਂਗੇ। ਇਸ ਦੀ ਇੰਗਲਿਸ਼ ਮੀਨਿੰਗ ਨੂੰ ਆਪਾਂ ਰਲ ਕੇ ਪੜ੍ਹੀਏ। The good deeds that one does, such as pilgrimages, penance, compassion and donation, in his eyes brings but only an iota, a grain of recognition. ਮਤਲਬ ਕਿ ਤੀਰਥ, ਤਪ, ਦਇਆ, ਦਤਦਾਨ ਜੋ ਅਸੀਂ ਕਰ ਰਹੇ ਹਾਂ ਉਹ ਤਿਲ ਵਾਂਗੂ ਫਾਇਦਾ ਹੈ ਉਸਦੀ ਘਰ ਵਿੱਚ। ਇਹ ਆਪਾਂ ਫਿਰ ਗੌਰ ਕਰਾਂਗੇ। On the other hand, those that have connected to your name, those that have obeyed and brought true love into their hearts and mind, have truly bathed the holy waters within, have succeeded and washed away all dirt of any kind. ਗੁਰੂ ਜੀ ਇੱਥੇ ਕੰਪੇਅਰ ਕਰ ਰਹੇ ਨੇ ਕਿ ਜਿਹੜੇ ਤੀਰਥ ਕਰਦੇ ਨੇ, ਮਤਲਬ ਯਾਤਰਾ 'ਤੇ ਚੱਲਦੇ ਨੇ, ਉੱਥੇ ਇਸ ਮੰਦਰ ਉਸ ਮੰਦਰ ਅਤੇ ਨਦੀਆਂ ਵਿੱਚ ਡੁਬਕੀ ਪਾਉਂਦੇ ਨੇ ਅਤੇ ਗੰਗਾ ਵਿੱਚ ਜਾਂ ਹਰਿਮੰਦਰ ਸਾਹਿਬ ਜਾਂਦੇ ਨੇ, ਹੇਮਕੁੰਡ ਸਾਹਿਬ ਜਾਂਦੇ ਨੇ, ਮਤਲਬ ਤੀਰਥ ਕਰਦੇ ਹਾਂ, ਤਪ ਕਰਨੇ ਹਾਂ, ਦਇਆ ਅਤੇ ਦਾਨ ਕਰਨੇ ਹਾਂ, ਮਤਲਬ ਚੰਗੇ ਇਨਸਾਨ ਦੀ ਗੱਲ ਹੋ ਰਹੀ ਹੈ ਇੱਥੇ। ਮਤਲਬ ਦੁਨਿਆਵੀ ਤੌਰ 'ਤੇ ਇਹ ਬੜੀ ਚੰਗੀਆਂ ਗੱਲਾਂ ਨੇ ਜਿਹੜਾ ਲੋਕ ਕਰਦੇ ਨੇ, ਪਰ ਗੁਰੂ ਜੀ ਇੱਥੇ ਕਹਿ ਰਹੇ ਨੇ ਇਹ ਜਿਹੜੀ ਚੰਗੀਆਂ ਗੱਲਾਂ ਅਸੀਂ ਸਮਝਦੇ ਹਾਂ, ਦਾਨ ਅਸੀਂ ਕਰਦੇ ਹਾਂ, ਅਸੀਂ ਸਮਝਦੇ ਅਸੀਂ ਬਹੁਤ ਅੱਛਾ ਗੱਲ ਕਰ ਰਹੇ ਹਾਂ, ਸਾਡੇ ਵਿੱਚ ਦਇਆ ਆਉਂਦੀ ਹੈ, ਕੰਪੈਸ਼ਨ ਆਉਂਦੀ ਹੈ ਅਤੇ ਅਸੀਂ ਇਸ ਵਾਸਤੇ ਦਾਨ ਕਰਨੇ ਹਾਂ। ਅਤੇ ਗੁਰੂ ਜੀ ਇੱਥੇ ਕਹਿ ਰਹੇ ਨੇ ਇਹ ਜਿਹੜੇ ਅਸੀਂ ਸਮਝਦੇ ਚੰਗੀਆਂ ਗੱਲਾਂ ਨਾ, ਜੇ ਕੋ ਭਾਵ ਹੈ ਤਿਲ ਕਾ ਮਾਣ, ਜੇ ਅਸੀਂ ਇਸ ਨੂੰ ਸਮਝੀਏ ਉਸ 'ਤੇ ਮਨ, ਉਸ ਦੇ ਦਰਗਾਹ ਦੇ ਵਿੱਚ, ਉਹਦੀ ਦਰਗਾਹ ਦੇ ਵਿੱਚ ਇਸ ਦੀ ਮਾਣ ਕਿੰਨੀ ਕੁ ਹੈ, ਤਿਲ ਵਾਂਗ। ਤਿਲ ਕਿੰਨੀ ਛੋਟੀ ਹੈ, ਛੋਟੀ ਜਿਹੀ। ਮਤਲਬ ਜੋ ਦੁਨਿਆਵੀ ਚੰਗਿਆਈਆਂ ਨੂੰ ਅਸੀਂ ਬੜਾ ਅੱਛਾ ਅਸੀਂ ਸਮਝਦੇ, ਅਸੀਂ ਕਰਮ ਕਰ ਰਹੇ ਹਾਂ ਕਿ ਅਸੀਂ ਤੀਰਥਾਂ 'ਤੇ ਜਾ ਰਹੇ ਹਾਂ, ਅਸੀਂ ਤਪ ਕਰ ਰਹੇ ਹਾਂ, ਉਹ ਨਹੀਂ ਖਾਣਾ, ਇਹ ਨਹੀਂ ਖਾਣਾ, ਜਾਂ ਅੱਜ ਮੌਨ ਵਰਤ ਵਿੱਚ ਰਹਿਣਾ ਅਤੇ ਇਸ ਵਾਰ ਨੂੰ ਅਸੀਂ ਉਹ ਫਾਸਟ ਕਰਨਾ, ਇਹ ਫਾਸਟ ਕਰਨਾ, ਇਹ ਨਵਰਾਤਰੀ ਦੀ ਇਹ ਸੇਵਾ ਕਰਨੀ ਹੈ, ਜਾਂ ਉਹ ਮਤਲਬ ਅਸੀਂ ਬਹੁਤ ਰਸਮ ਰਿਵਾਜ਼ ਵਗੈਰਾ ਜੋ ਕਰਦੇ ਹਾਂ ਉਹ ਦੁਨਿਆਵੀ ਤੌਰ 'ਤੇ ਅਤੇ ਦਇਆ ਅਸੀਂ ਕਰਨੇ ਹਾਂ, ਦਾਨ ਅਸੀਂ ਕਰਨੇ ਹਾਂ, ਇਹ ਸਾਰੀ ਚੀਜ਼ਾਂ ਬਹੁਤ ਅੱਛੀ ਹੈ। ਲੇਕਿਨ ਗੁਰੂ ਜੀ ਇੱਥੇ ਕਹਿੰਦੇ ਨੇ ਕਿ ਉਹਨਾਂ ਦੀ ਦਰਗਾਹ ਵਿੱਚ, ਰੱਬ ਦੀ ਦਰਗਾਹ ਵੀ ਵਿੱਚ ਸਿਰਫ ਤਿਲ ਵਾਂਗੂ ਫਾਇਦਾ ਹੈ। ਫਿਰ ਅਗਲੀ ਪੰਕਤੀ ਵਿੱਚ ਗੁਰੂ ਜੀ ਆਪੋਜ਼ਿਟ ਦੱਸ ਰਹੇ ਨੇ ਕਿ ਉਸ ਦੀ ਦਰਗਾਹ ਵਿੱਚ ਕੀ ਫਾਇਦਾ, ਉਹ ਸਾਨੂੰ ਸਮਝਣਾ ਪਏਗਾ। ਸੁਣਿਆ ਮਣਿਆ ਮਨ ਕੀਤਾ ਪਾਓ। ਇਹ ਪੰਕਤੀ ਨੂੰ ਯਾਦ ਕਰ ਲਓ, ਇਹ ਪੰਕਤੀ ਬਹੁਤ ਹੀ ਡੀਪ ਹੈ। ਸੁਣ ਲਿਆ, ਜਿਸਨੇ ਰੱਬ ਦੀ ਗੱਲ ਨੂੰ ਸੁਣ ਲਿਆ, ਮੰਨ ਲਿਆ ਅਤੇ ਫਿਰ ਮਨ ਦੇ ਉੱਤੇ ਉਸ ਨੂੰ ਕੀਤਾ, ਫਿਰ ਜਿਵੇਂ ਅਸੀਂ ਸੁਣਿਆ ਦੇ 4 ਪੌੜੀ ਪੜ੍ਹਿਆ, ਫਿਰ ਮਣੇ ਦੇ 4 ਪੌੜੀ ਪੜ੍ਹਿਆ, ਫਿਰ ਉਸ ਤੋਂ ਬਾਅਦ ਅਸੀਂ ਸਮਝਿਆ ਅਸੀਂ ਪੰਚ ਵਿੱਚ ਆ ਗਿਆ। ਪੰਚ ਵਿੱਚ ਆ ਗਿਆ ਮਤਲਬ ਅਸੀਂ ਕੀਤਾ, ਉਸਨੂੰ ਮਨ ਕੀਤਾ ਪਾਓ, ਪਾਓ ਦੇ ਨਾਲ ਪਿਆਰ ਵਿੱਚ ਅਸੀਂ ਉਸ ਨੂੰ ਅਮਲ ਕੀਤਾ, ਜ਼ਬਰਦਸਤੀ ਨਹੀਂ। ਪਾਓ ਇੱਥੇ ਮਤਲਬ ਪਿਆਰ, ਪਿਆਰ ਵਿੱਚ ਆਪਣੇ ਦਿਲ ਲਗਾ ਕੇ, ਆਪਣੇ ਪੂਰੀ ਤਨ ਮਨ ਧਨ ਦੇ ਨਾਲ ਅਸੀਂ ਮਨ ਕੀਤਾ ਪਾਓ। ਉਸ ਦੀ ਤਰੀਕੇ ਜੋ ਉਹ ਕਹਿ ਰਿਹਾ, ਜੋ ਸਾਨੂੰ ਉਹ ਰਸਤਾ ਸੁਣਾ ਰਿਹਾ, ਉਹ ਅਸੀਂ ਕਰ ਰਹੇ। ਅਤੇ ਰੱਬ ਸਾਨੂੰ ਕੀ ਕਹਿੰਦਾ ਕਰਨ ਵਾਸਤੇ, ਮੈਨੂੰ ਯਾਦ ਕਰ, ਯੋਗ ਕਰ, ਸਿਮਰਨ ਕਰ, ਮਤਲਬ ਨਾਮ ਲੈਣਾ। ਅਤੇ ਉਹ ਅਸੀਂ ਕਰਦੇ ਕੋਈ ਨਹੀਂ। ਇੱਥੇ ਜਪਣ ਦੀ ਗੱਲ ਨਹੀਂ ਹੋ ਰਹੀ ਹੈ, ਜੋ ਅਕਾਲ ਪੁਰਖ ਦਾ ਹੁਕਮ ਅਨੁਸਾਰ ਅਸੀਂ ਜੋ ਸਮਝ ਚੁੱਕੇ ਹਾਂ ਉਸ ਦੇ ਨਾਮ ਲੈਣਾ, ਮਤਲਬ ਉਸ ਦੇ ਨਾਲ ਲਿਵ ਲਗਾਉਣੀ ਹੈ, ਉਹ ਗੱਲ ਨੂੰ ਅਸੀਂ ਸਮਝਾਂਗੇ। ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ। ਇੱਥੇ ਅੰਦਰ ਦੇ ਤੀਰਥ ਅਤੇ ਉਸ ਮਲ ਨੂੰ, ਉਸ ਮੈਲ ਨੂੰ ਅਸੀਂ ਨਾਮ ਦੇ ਆਧਾਰ 'ਤੇ ਵਾਸ਼ ਕਰਨਾ।
ਜਿਹੜਾ ਅਸੀਂ ਪਿਛਲੇ ਐਪੀਸੋਡ 'ਤੇ ਵੀ ਗੱਲ ਕੀਤੀ ਕਿ ਸਾਡੀ ਮੈਲ ਕਿੱਥੇ ਲੱਗੀ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ। ਮਤਲਬ ਅੰਤਰਗਤ ਤੀਰਥ ਮਲ ਨਾ ਹੋ। ਇੱਥੇ ਦੁਬਾਰਾ ਗੁਰੂ ਜੀ ਕਹਿ ਰਹੇ ਨੇ ਕਿ ਕੰਪੇਅਰ ਕਰ ਰਹੇ ਨੇ। ਇੱਥੇ ਉਹੀਓ ਜਿਹੜੇ ਪਿਛਲੀ ਪੌੜੀ ਵਿੱਚ ਅਸੀਂ ਸਮਝਿਆ, ਉੱਥੇ ਅਸੀਂ ਫਿਰ ਗੁਰੂ ਜੀ ਕੰਪੇਅਰ ਕਰ ਰਹੇ ਜਿਹੜੇ ਬਾਹਰਲੀ ਤੌਰ 'ਤੇ ਅਸੀਂ ਬਹੁਤ ਤਰੀਕੇ ਅਪਣਾਉਂਦੇ ਹਾਂ, ਦੁਨਿਆਵੀ ਤਰੀਕੇ ਜਿਹੜੇ ਅਸੀਂ ਸਮਝਦੇ ਹਾਂ ਕਿ ਰੱਬ ਦੀ ਦਰਗਾਹ ਵਿੱਚ ਫਾਇਦਾਮੰਦ ਹੈ। ਅਸੀਂ ਸਾਰੇ ਸਮਝਦੇ ਚੈਰਿਟੀ ਕਰਨੇ, ਦਾਨ ਦੇਣੀ ਕਿਸੇ ਨੂੰ, ਉਹ ਬਹੁਤ ਫਾਇਦਾਮੰਦ ਹੈ। ਪਰ ਇੱਥੇ ਗੁਰੂ ਜੀ ਕਹਿ ਰਹੇ ਨੇ ਕਿ ਉਹਦੀ ਤਿਲਵੰਗ ਵੀ ਫਾਇਦਾ ਹੈ। ਅਤੇ ਕੀ ਅਸੀਂ ਸਿਰਫ ਤਿਲਵੰਗ ਫਾਇਦਾ ਵਾਸਤੇ ਕਰ ਰਹੇ ਹਾਂ? ਅਤੇ ਇੱਥੇ ਗੁਰੂ ਜੀ ਕਹਿੰਦੇ ਅੰਤਰਗਤ ਤੀਰਥ ਮੱਲਾ, ਮਤਲਬ ਅੰਦਰ ਦੀ ਯਾਤਰਾ, ਮਨ ਦੇ ਵਿੱਚ ਅਸੀਂ ਮੈਲ ਨੂੰ ਧੋਣਾ ਅਤੇ ਫਿਰ ਮਤਲਬ ਮਨ ਦੇ ਵਿੱਚ ਸਮਝਣਾ ਕਿ ਮੈਲ ਕਿੱਥੇ ਹੈ, ਮਨ ਦੇ ਵਿੱਚ ਹੈ। ਅਤੇ ਬਾਹਰਲੀ ਤੌਰ 'ਤੇ ਮਨ ਦੇ ਅੰਦਰ ਮੈਲ ਕਿਵੇਂ ਧੁੱਪ ਸਕਦੀ? ਜੇ ਮਨ ਦੇ ਵਿੱਚ ਮੈਲ ਹੈ ਅਤੇ ਮਨ ਦੇ ਵਿੱਚ ਹੀ ਧੋਣੀ ਪੈਗੀ। ਬਾਹਰਲੀ ਤੌਰ 'ਤੇ ਅਸੀਂ ਜੋ ਵੀ ਕਰਮ ਕਰਾਂਗੇ ਉਹ ਬਲਕਿ ਹਉਮੈ ਅਤੇ ਮੋਹ ਨੂੰ ਵਧਾਏਗਾ, ਕਿਉਂਕਿ ਬਾਹਰਲੀ ਪੰਜ ਤੱਤਵ ਦੀ ਗੱਲ ਹੋ ਰਹੀ ਹੈ। ਉਹ ਫਿਰ ਸਾਡੀ ਸਰੀਰ ਪੰਜ ਤੱਤਵ ਤੋਂ ਬਣੀ ਹੈ। ਫਿਰ ਅਸੀਂ ਸਰੀਰ ਵਿੱਚ ਰਹਿ ਕੇ, ਸਰੀਰ ਵਿੱਚ ਮਤਲਬ ਬੋਡੀ ਕੌਨਸ਼ੀਅਸ ਵਿੱਚ ਕਰਾਂਗੇ, ਨਾਮ ਸ਼ਾਨ ਵਾਸਤੇ ਕਰਾਂਗੇ, ਅਤੇ ਉਹ ਫਿਰ ਸਾਨੂੰ ਹੀ ਧੋਖਾ ਦੇਗਾ। ਇਸ ਵਾਸਤੇ ਜੇ ਗੁਰੂ ਦੀ ਗੱਲ ਨੂੰ ਮੰਨਣਾ ਹੈ ਅਤੇ ਫਿਰ ਅੰਦਰ ਦੀ ਗੱਲ, ਅੰਦਰ ਦੀ ਮੈਲ ਨੂੰ ਧੋਣ ਵਾਸਤੇ ਇੱਕੋ ਹੀ ਤਰੀਕਾ ਹੈ। ਉਸ ਦੇ ਨਾਲ ਯੋਗ ਕਰਨੀ ਹੈ। ਮੈਂ ਆਤਮਾ ਤੂੰ ਪਰਮਾਤਮਾ, ਉਸ ਨੂੰ ਮਿਲਣਾ, ਉਸ ਕੋਲੋਂ ਸ਼ਕਤੀ ਲੈਣੀ ਅਤੇ ਉਸ ਕੋਲੋਂ ਸ਼ਕਤੀ ਲੈ ਕੇ ਆਪਣੇ ਮਨ ਦੇ ਅੰਦਰ ਜਿਹੜੀ ਅਸ਼ਾਂਤੀ ਹੈ ਉਸਨੂੰ ਸ਼ਾਂਤ ਕਰਨਾ ਹੈ। ਜਿਹੜੇ ਮਨ ਦੇ ਅੰਦਰ ਕ੍ਰੋਧ ਹੈ ਉਸਨੂੰ ਮਿਟਾਉਣੀ ਹੈ ਅਤੇ ਮੋਹ ਨੂੰ ਪਿਆਰ ਵਿੱਚ ਬਦਲਣੀ ਹੈ, ਰੱਬੀ ਪਿਆਰ ਵਿੱਚ, ਅਤੇ ਕੋਈ ਐਕਸਪੈਕਟੇਸ਼ਨਸ ਤੋਂ ਬਿਨਾਂ। ਇਹ ਸਾਰੇ ਸਾਡੇ ਅੰਦਰ ਜਿਹੜੇ ਮੈਲ ਨੇ ਉਸ ਨੂੰ ਧੋਣਾ ਹੈ। ਜਿਹੜੀ ਨਾਮ ਸ਼ਾਨ ਮਿਲਦੀ ਹੈ ਦਾਨ ਦੇ ਨਾਲ, ਤਪ ਦੇ ਨਾਲ, ਤੀਰਥਾਂ 'ਤੇ ਜਾਣ ਦੇ ਨਾਲ। ਅਸੀਂ ਜਾਂਦੇ ਹਾਂ ਹਰਿਮੰਦਰ ਸਾਹਿਬ ਜਾਂ ਕਿਸੇ ਗੁਰਦੁਆਰੇ 'ਤੇ, ਅਸੀਂ ਫੋਟੋ ਖਿੱਚਦੇ ਹਾਂ ਕਿ ਅਸੀਂ ਇੱਥੇ ਗਏ। ਲੋਕ ਵਾਹ ਕਰਦੇ ਨੇ ਕਿ ਇਹ ਸਾਰਾ ਨਾਮ ਸ਼ਾਨ ਦੀ ਗੱਲ ਹੈ। ਜਦੋਂ ਆਪਾਂ ਅੰਮ੍ਰਿਤ ਵੇਲਾ ਉੱਠ ਕੇ ਰੱਬ ਨੂੰ ਯਾਦ ਕਰ ਰਹੇ ਹਾਂ, ਕੋਈ ਫੋਟੋ ਖਿੱਚਣੇ ਆ, ਕੋਈ ਦੁਨੀਆ ਨੂੰ ਦੱਸਣ ਦੀ ਗੱਲ ਹੈਗਾ? ਨਹੀਂ, ਉਹ ਸਾਡੀ ਅੰਦਰ ਦੀ ਯਾਤਰਾ ਹੈ। ਅਤੇ ਉਹਦੇ ਨਾਲ ਬਿਨਾਂ ਪੰਜ ਤੱਤਵ ਤੋਂ ਉੱਤੇ ਇੱਥੇ ਦੁਨੀਆ ਦੀ ਕੋਈ ਗੱਲ ਨਹੀਂ। ਧਰਮ ਮਤਲਬ ਮੈਂ ਆਤਮਾ ਅਤੇ ਤੂੰ ਪਰਮਾਤਮਾ, ਸਾਡੇ ਆਪਸ ਵਿੱਚ ਰਿਸ਼ਤਾ, ਅਤੇ ਉਹਦੇ ਨਾਲ ਹੀ ਅਸੀਂ ਇਸ ਮਨ ਦੀ ਮੈਲ, ਇਸ ਸਰੀਰ ਦੇ ਨਾਲ ਜੋ ਅਸੀਂ ਕਾਰਜ ਕਰਦੇ ਹਾਂ, ਬੋਲਦੇ ਹਾਂ, ਕਰਮ ਕਰਦੇ ਹਾਂ, ਉਹ ਮਨ ਦੇ ਉੱਤੇ ਟਿਕ ਗਿਆ ਮੈਲ, ਉਹ ਸਿਰਫ ਨਾਮ ਦੇ ਨਾਲ ਧੁੱਪਦੀ ਹੈ। ਅਤੇ ਉਸ ਦੇ ਵਿੱਚ ਉਸਨੂੰ ਕਿਵੇਂ ਕਰਨਾ? ਇਸ ਤੋਂ ਪਹਿਲੀ ਲਾਈਨ ਵਿੱਚ ਫਿਰ ਕਲੀਅਰ ਕੀਤਾ, ਸੁਣਿਆ ਮੰਨਿਆ ਮਨ ਕੀਤਾ ਪਾਓ। ਰੱਬ ਨੂੰ ਮਿਲਣੇ ਪਿਆਰ ਦੇ ਨਾਲ, ਉਸਦੀ ਗੱਲਾਂ ਸੁਣੇ 4 ਪੌੜੀ, ਮਣੇ 4 ਪੌੜੀ, ਉਹ ਕਰਨਾ ਪਏਗਾ। ਇੰਨਾ ਜ਼ੋਰ 4 ਪੌੜੀਆਂ ਕਿਉਂ? ਇੰਨਾ ਜ਼ੋਰ ਦੇ ਰਹੇ ਨੇ ਸੁਣੇ ਅਤੇ ਮੰਨੇ 'ਤੇ। ਕਿਸ ਦੀ ਸੁਣਾਂਗੇ? ਹਰ ਕੋਈ ਤਾਂ ਨਹੀਂ, ਹਰ ਕੋਈ ਦਾ ਸੁਣਾਂਗੇ ਅਤੇ ਫਿਰ ਉਹਨਾਂ ਦੀ ਵਾਈਬ੍ਰੇਸ਼ਨ, ਉਹਨਾਂ ਦੀ ਐਨਰਜੀ, ਉਹਨਾਂ ਦੀ ਮਨ ਦੀ ਅਵਸਥਾ ਸਾਨੂੰ ਪਹੁੰਚੇਗੀ। ਬ੍ਰਹਮ ਗਿਆਨੀਆਂ ਦੇ ਸੁਣਾਂਗੇ ਜਾਂ ਸਾਧ ਦੀ, ਜਿਹੜੇ ਆਪਣੇ ਜ਼ਿੰਦਗੀ ਨੂੰ ਇਸ ਰਾਹ 'ਤੇ ਟੁਰਨ ਵਾਸਤੇ ਸਮਰਪਿਤ ਕੀਤਾ ਹੈ, ਉਹਨਾਂ ਦੇ ਸੁਣਾਂਗੇ। ਅਤੇ ਉਹ ਵੀ ਫੀਲ ਕਰਾਂਗੇ ਕਿ ਸੱਚੀ ਮੈਨੂੰ ਫੀਲ ਹੋ ਜਾਂਦੀ ਹੈ ਫੀਲ ਕਿ ਇਹ ਸਹੀ ਹੈ, ਸਹੀ ਰਾਹ ਅਪਣਾਇਆ ਕਿ ਸਿਰਫ ਉੱਤੋਂ ਵਿਖਾਉਣ ਵਾਸਤੇ। ਅਤੇ ਇਹੋ ਜਿਹੇ ਸੰਸਥਾ ਵਿੱਚ ਜਾ ਕੇ, ਜੇ ਅਸੀਂ ਰੱਬੀ ਸੰਸਥਾ ਵਿੱਚ ਜਾ ਕੇ ਰੱਬ ਨੂੰ ਖੋਜ ਕਰਾਂਗੇ ਅਤੇ ਫਿਰ ਜ਼ਰੂਰ ਸੁਣਿਆ ਮੰਨਿਆ ਉਸ ਨੂੰ ਫਿਰ ਅਸੀਂ ਮੰਨਾਂਗੇ ਅਤੇ ਮਨ ਕੀਤਾ ਭਾਵ ਦੀ ਗੱਲ ਹੋਵੇਗੀ। ਅੱਗਾ ਚਲੀਏ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨ ਹੋਏ, ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। If you don't grant me your virtues and attitude, how can I ever on my own attempt to serve you with gratitude? ਮਤਲਬ ਕਿ ਜੇ ਤੁਸੀਂ ਖੁਦ ਮੈਨੂੰ ਦੱਸੋਗੇ ਨਹੀਂ, ਮੈਂ ਕਿਵੇਂ ਤੁਹਾਡੀ
ਸੇਵਾ ਕਰ ਪਾਉਂਗੀ। ਇੱਥੇ ਗੱਲ ਹੈ ਸ਼ੁਕਰ ਦੀ, ਸੇਵਾ ਦੀ, ਕਿ ਮੈਂ ਕਿਵੇਂ ਭਗਤੀ ਕਰਾਂ ਜੇ ਤੈਨੂੰ ਮੈਂ ਪਾਉਣ ਦਾ ਤਰੀਕਾ ਨਹੀਂ ਲੱਭਿਆ। Because you are the worldliness, you are the sacred word and the creator of all. Nothing is not yours, nothing is separate from you at all. You who are true and blissful are the only knower of all. ਸਭ ਗੁਣ ਤੇਰੇ, ਮੈਂ ਨਾ ਹੀ ਕੋਈ। ਇੱਥੇ ਬੜੀ ਨਿਮਰਤਾ ਹੈਗਾ ਕਿ ਜੋ ਵੀ ਹੈ ਦੁਨੀਆ ਵਿੱਚ ਉਹ ਸਾਰਾ ਕੁਝ ਤੇਰਾ ਹੀ ਹੈ, ਮੇਰਾ ਆਪਣਾ ਕੁਛ ਵੀ ਨਹੀਂ ਹੈ। ਅਤੇ ਜੇ ਮੈਂ ਤੈਨੂੰ ਯਾਦ ਕਰਾਂਗਾ ਅਤੇ ਤੇਰੀ ਕਿਰਪਾ ਦੇ ਨਾਲ ਤੂੰ ਹੀ ਯਾਦ ਕਰਾਏਗਾ ਤਾਂ ਮੈਂ ਕਰ ਪਾਵਾਂਗੀ। ਵਿਣ ਗੁਣ ਕੀਤੇ ਭਗਤ ਨਾ ਹੋਏ, ਅਤੇ ਤੇਰੇ ਗੁਣ ਨੂੰ ਮੈਂ ਆਪਣੇ ਵਿੱਚ ਲਿਆ ਕੇ ਆਪਣੀ ਕਰਮੀ ਵਿੱਚ ਲਿਆਵਾਂਗੇ ਤਾਂ ਭਗਤੀ ਹੋਏਗੀ। ਐਵੇਂ ਨਹੀਂ ਭਗਤੀ ਹੁੰਦੀ। ਅਸੀਂ ਸਾਰੇ ਹਰ ਇੱਕ ਨੂੰ ਭਗਤ ਨਹੀਂ ਕਹਿ ਸਕਦੇ। ਭਗਤਾਂ ਦੀ ਦਰਜਾ ਪੰਚ ਦੀ ਦਰਜਾ ਮੁਤਾਬਿਕ ਹੈ। ਇੰਨੀ ਵੱਡੀ ਦਰਜਾ ਸੁਣੀਏ ਮੰਨੀਏ ਮਨ ਕੀਤਾ ਪਾਓ, ਉਹ ਫਿਰ ਕਿਧਰੇ ਜਾ ਕੇ ਭਗਤ ਕਹਿਲਾਉਂਦੇ ਨੇ। ਪਹਿਲਾਂ ਸੁਣਨ ਦੀ ਸ਼ਕਤੀ, ਮੰਨਣ ਦੀ ਸ਼ਕਤੀ। ਪਰ ਇੱਥੇ ਹਉਮੈ ਵਿੱਚ, ਮਤਲਬ ਹਉਮੈ ਤੋਂ ਦੂਰ ਨਿਮਰਤਾ ਦੇ ਵਿੱਚ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ, ਮੇਰੇ ਵਿੱਚ ਕੋਈ ਅੱਛੇ ਗੁਣ ਨਹੀਂ। ਵਿਣ ਗੁਣ ਕੀਤੇ ਭਗਤ ਨਾ ਹੋਏ, ਕਿ ਮੈਂ ਗੁਣਹੀਨ ਹੂੰ, ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ। ਇਹ ਗੱਲ ਹੋ ਰਹੀ, ਮੇਰੇ ਵਿੱਚ ਗੁਣ ਨਹੀਂ ਹੈ ਅਤੇ ਤੇਰੇ ਤੋਂ ਹੀ ਮੈਨੂੰ ਲੈਣਾ ਪਏਗਾ। ਤੈਨੂੰ ਹੀ ਮਿਲ ਕੇ ਮੈਂ ਗੁਣ ਲਵਾਂਗੀ, ਫਿਰ ਤੇਰੇ ਗੁਣ ਦੇ ਨਾਲ ਮੈਂ ਕਰਾਂਗੀ, ਫਿਰ ਭਗਤ ਹੋਏਗੀ, ਨਹੀਂ ਤੇ ਨਹੀਂ ਹੋਏਗੀ। ਸਵਸਥ ਆਤ ਬਾਣੀ ਬਰਮਾਓ, ਤੁਹਾਡੇ ਤੋਂ ਇਲਾਵਾ ਇਸ ਦੁਨੀਆ ਵਿੱਚ ਕੁਛ ਹੈ ਹੀ ਨਹੀਂ। ਤੁਸੀਂ ਸਭ ਕੁਛ ਹੋ, ਤੁਹਾਡੇ ਤੋਂ ਬਿਨਾਂ ਕੁਛ ਵੀ ਨਹੀਂ। ਸਤ ਸੁਹਾਣ ਸਦਾ ਮਨ ਚਾਓ। ਸਤ ਸੁਹਾਣ, ਤੂੰ ਸੱਤਿਆ ਹੈ ਅਤੇ ਤੂੰ ਹੀ ਸੋਹਣਾ ਹੈ, ਅਤੇ ਸਦਾ ਮਨ ਚਾਓ, ਅਤੇ ਸਦਾ ਲਈ ਮੈਂ ਤੈਨੂੰ ਚਾਹਾਂ। ਇਸ ਤੋਂ ਪਹਿਲਾਂ ਦੀ ਪੰਕਤੀ ਸਵਸਥ ਆਤ ਬਾਣੀ ਬਰਮਾਓ। ਇਸ ਪੰਕਤੀ ਨੂੰ ਫਿਰ ਆਪਾਂ ਧਿਆਨ ਨਾਲ ਦੇਖੀਏ। ਸਵਸਥ ਆਤ ਬਾਣੀ ਬਰਮਾਓ, ਫਿਰ ਇੱਥੇ ਬ੍ਰਹਮਾ ਦੀ ਜ਼ਿਕਰ ਕਰਦੇ ਨੇ, ਹੂ ਹਿਮਸੈਲਫ ਇਜ਼ ਦ ਕ੍ਰੀਏਟਰ ਆਫ ਦ ਵਰਲਡ। ਮਤਲਬ ਕਿ ਆਪਾਂ ਉਸ ਰੱਬ ਦੀ ਵਡਿਆਈ ਕਰਨੇ ਹਾਂ ਅਤੇ ਅਸੀਂ ਜਾਣਦੇ ਹਾਂ ਜਦੋਂ ਕ੍ਰੀਏਸ਼ਨ ਦੀ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਬ੍ਰਹਮਾ ਦੀ ਗੱਲ ਕਰਦੇ, ਕਿਉਂਕਿ ਬ੍ਰਹਮਾ ਕ੍ਰੀਏਟਰ ਗਿਣਿਆ ਜਾਂਦਾ। ਅਤੇ ਬਾਣੀ ਬਰਮਾਓ, ਉਸ ਬ੍ਰਹਮਾ ਦੀ ਅਸੀਂ ਬਾਣੀ ਨੂੰ ਅਸੀਂ ਸਮਝਾਂਗੇ ਅਤੇ ਫਿਰ ਅਸੀਂ ਇਸ ਗੱਲ ਨੂੰ ਸਮਝ ਪਾਵਾਂਗੇ। ਇਸ ਪੰਕਤੀ ਨੂੰ ਫਿਰ ਅਗਲੇ ਐਪੀਸੋਡ ਵਿੱਚ ਆਪਾਂ ਕੰਟੀਨਿਊ ਕਰਾਂਗੇ ਅਤੇ ਇਸ 21st ਪੌੜੀ ਨੂੰ ਅੱਗਾਂ ਲੈ ਜਾਵਾਂਗੇ। ਘੜੀ ਅਤੇ ਟਾਈਮ ਵਹਿੰਦੇ ਹੋਇਆ ਅੱਜ ਆਪ ਜੀ ਨੂੰ ਮੈਂ ਸ਼ੁਕਰੀਆ ਕਰਨੀ ਹਾਂ ਅਤੇ ਇਜਾਜ਼ਤ ਲੈਂਦੀ ਹਾਂ, ਅਤੇ ਫਿਰ ਮਿਲਾਂਗੇ ਅਗਲੀ ਘੜੀ ਇੱਕ ਓਂਕਾਰ, ਇੱਕ ਪਰਮਾਤਮਾ ਦੀ ਐਪੀਸੋਡਸ ਵਿੱਚ। ਸ਼ੁਕਰੀਆ, ਥੈਂਕ ਯੂ। ਓਮ ਸ਼ਾਂਤੀ।